ਕਿਸਾਨਾਂ ਦਾ ਗੁੱਸਾ 7ਵੇਂ ਅਸਮਾਨ ਤੇ ਆ। ਅਸੀਂ ਪਹੁੰਚੇ ਹੋਏ ਆ ਚੰਡੀਗੜ੍ਹ ਦੇ ਵਿੱਚ ਮੁੱਲਾਪੁਰ ਬੈਰੀਅਰ ਦੇ ਵਿੱਚ ਦੇ ਕੋਲ, ਜਿੱਥੇ ਕਿ ਕਿਸਾਨਾਂ ਨੇ ਸੜਕ ਜਾਮ ਕੀਤੀ ਹੋਈ ਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿੱਛੇ ਬੈਰੀਕੇਡਿੰਗ ਹੋਈ ਆ, ਉੱਤੇ ਪਿੱਛੇ ਟਰੈਕਟਰਾਂ ਦੇ ਟਰਾਲੀਆਂ ਦੇ ਨਾਲ ਇਹਨਾਂ ਨੇ ਜਾਮ ਲਾਇਆ ਹੋਇਆ। ਇਹਨਾਂ ਦਾ ਰੁੱਸਾ ਕਿਉਂਕਿ ਅੱਜ ਪੰਜਾਬ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ, ਜਿਸ ਦੇ ਤਹਿਤ ਵਿੱਚ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਿਆ ਕਿ ਲਗਭਗ 300 ਤੋਂ ਵੱਧ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਕਿ ਆਪਣੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਤੁਸੀਂ ਗਰਾਊਂਡ ਜ਼ੀਰੋ ਤੇ ਰਿਪੋਰਟ ਦੇਖ ਰਹੇ ਹੋ, ਬੈਰੀਅਰ ਲੱਗੇ ਹੋਏ ਨੇ। ਆਓ ਤੁਹਾਨੂੰ ਦਿਖਾਉਂਦੇ ਨਾਲ ਕਿਵੇਂ ਲੋਕ ਜਿਹੜੇ ਕਿਸਾਨ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਇਹਨਾਂ ਦਾ ਰੋਸ ਪ੍ਰਦਰਸ਼ਨ ਖੇਤੀ ਕਾਨੂੰਨਾਂ ਨੂੰ ਲੈ ਕੇ ਆ। ਖੇਤੀ ਕਾਨੂੰਨ ਜੋ ਕਿ ਲੰਬੇ ਤਕਰੀਬਨ 10 ਮਹੀਨੇ ਹੋ ਚੱਲੇ ਨੇ ਕਿਸਾਨ ਨੂੰ ਪ੍ਰਦਰਸ਼ਨ ਕਰਦੇ ਹੋਏ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਵੱਡੀ ਗਿਣਤੀ ਵਿੱਚ ਬੈਰੀਕੇਡਿੰਗ ਕੀਤੀ ਹੋਈ ਆ। ਇੱਥੋਂ ਜਿਹੜੇ ਵੀ ਸਿਰਫ ਤੇ ਸਿਰਫ ਇਸ ਰਾਹ ਥਾਣਿਓ ਜਿਹੜੀ ਐਮਰਜੈਂਸੀ ਸੇਵਾਵਾਂ ਆ ਉਹਨਾਂ ਨੂੰ ਰਾਹਤ ਦਿੱਤੀ ਗਈ ਆ। ਬਾਕੀ ਹਰ ਬੰਦੇ ਨੂੰ ਇਹ ਅਪੀਲ ਕੀਤੀ ਜਾ ਰਹੀ ਆ ਕਿ ਰੋਕਿਆ ਜਾਵੇ। ਲੋਕਾਂ ਨੂੰ ਜਿਹੜੀ ਸਮਰਥਨ ਦੀ ਅਪੀਲ ਕੀਤੀ ਗਈ ਆ। ਇੱਥੇ ਦੇਖੋ ਸਾਡੇ ਨਾਲ ਕੁਝ ਕਿਸਾਨ ਨੇ ਜਿਹੜੇ ਕਿ ਇੱਥੋਂ ਆਵਾਜਾਈ ਨੂੰ ਰੋਕ ਰਹੇ ਨੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਹਰਵਿੰਦਰ ਸਿੰਘ। ਠੀਕ ਹੈ ਜੀ। ਤੁਸੀਂ ਇੱਥੇ ਲੋਕਾਂ ਨੂੰ ਭਾਰਤ ਬੰਦ ਸੱਦੇ ਦੇ ਤਹਿਤ ਤੁਸੀਂ ਇੱਥੇ ਲੋਕਾਂ ਨੂੰ ਰੋਕ ਰਹੇ ਹੋ। ਹਾਂਜੀ। ਲੋਕਾਂ ਦਾ ਕਿੰਨਾ ਸਾਥ ਮਿਲ ਰਿਹਾ? ਬਹੁਤ ਕੋਆਪਰੇਟਿਵ ਕਰ ਰਹੇ ਆ ਲੋਕ ਜੀ, ਬਹੁਤ ਕੋਆਪਰੇਟਿਵ ਹੈ ਲੋਕ। ਤੇ ਕਿਸਾਨ ਮੈਡੀਕਲ ਨੂੰ ਪਲੱਸ ਸਟੂਡੈਂਟਸ ਨੂੰ ਸਭ ਨੂੰ ਜਾਣ ਦੇ ਰਹੇ ਆ ਕਿ ਕੋਈ ਐਮਰਜੈਂਸੀ ਨੂੰ ਕਿਸੇ ਨੂੰ ਸਟਾਪ ਨਹੀਂ ਕਰ ਰਹੇ। ਸਾਰਿਆਂ ਨੂੰ ਨਿਕਲ ਜਾਣ ਦੇ ਰਹੇ ਆ ਤਾਂ ਕਿ ਪਬਲਿਕ ਨੂੰ ਕੋਈ ਤਕਲੀਫ ਨਾ ਆਵੇ। ਕਿਸਾਨ ਅੰਦੋਲਨ ਸਾਡਾ ਚੱਲ ਰਿਹਾ, ਅਸੀਂ ਸਾਰੇ ਲੋਕਾਂ ਦਾ ਸਹਿਯੋਗ ਲੈ ਕੇ ਤਾਂ ਇਹ ਕਿਸਾਨ ਅੰਦੋਲਨ ਕਾਮਯਾਬ ਕਰ ਰਹੇ ਆ। ਲੋਕ ਸਾਨੂੰ ਬਹੁਤ ਸਹਿਯੋਗ ਕਰ ਰਹੇ ਆ। ਲਗਭਗ 10 ਮਹੀਨੇ ਹੋ ਚੱਲੇ ਨੇ, ਕੇਂਦਰ ਸਰਕਾਰ ਅਜੇ ਵੀ ਅੜੀ ਹੋਈ ਹੈ। ਸਰਕਾਰ ਅੜੀ ਰਹੇ, ਅਸੀਂ ਆਪਣੇ ਧਰਨੇ ਤੇ ਬੈਠੇ ਆ। ਜਦੋਂ ਸਾਡੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਘਰ ਨੂੰ ਨਹੀਂ ਜਾਂਦੇ। ਜੀ ਜੀ, ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਇਹ ਜਿਹੜੇ ਕਿਸਾਨ ਨੇ ਇਸੇ ਤਰ੍ਹਾਂ ਹੀ ਡਟੇ ਰਹਿਣਗੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਬੈਰੀਕੇਡਿੰਗ ਦੇ ਨਾਲ ਹੀ ਟਰੈਕਟਰ ਟਰਾਲੀਆਂ ਖੜੇ ਕੀਤੇ ਗਏ ਨੇ। ਇਹਨਾਂ ਨੇ ਜਿਹੜਾ ਵੱਡਾ ਜਾਮ ਲਾਇਆ ਹੋਇਆ ਹੈ। ਇਸ ਜਾਮ ਦਾ ਕਾਰਨ ਇਹ ਹੈ ਕਿ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀਗਾ, ਜਿਸ ਦੇ ਤਹਿਤ ਹੀ ਸਾਰੀ ਕਾਰਵਾਈ ਹੋਈ ਹੈ। ਬਹੁਤ ਵੱਡੀ ਗਿਣਤੀ ਵਿੱਚ ਲੋਕ ਇੱਥੇ ਇਕੱਠੇ ਹੋਏ ਨੇ। ਇਹਨਾਂ ਦਾ ਰੋਸ ਮੁਜ਼ਾਹਰਾ ਤਕਰੀਬਨ 4 ਵਜੇ ਤੱਕ ਚੱਲੇਗਾ। 4 ਵਜੇ ਤੱਕ ਸਾਡੇ ਨਾਲ ਕਿਸਾਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਥੇ ਸਵੇਰ ਤੋਂ ਡਟੇ ਹੋਏ ਹੋ। ਹਾਂਜੀ। ਤੇ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਕਿੰਨਾ ਕੁ ਸਮਰਥਨ ਮਿਲ ਰਿਹਾ ਲੋਕਾਂ ਦਾ? ਬਹੁਤ ਸਮਰਥਨ ਮਿਲਿਆ ਜੀ, ਬਹੁਤ ਜ਼ਿਆਦਾ। ਠੀਕ ਹੈ ਜੀ। ਕਿੰਨਾ ਕੁ ਸਮਾਂ ਹੋਰ 4 ਵਜੇ ਤੱਕ ਜੇ ਭਾਰਤ ਬੰਦ ਦੇ ਨਾਲ ਕੋਈ ਅਸਰ ਦੇਖਣ ਕੇਂਦਰ ਸਰਕਾਰ ਨੂੰ ਕੋਈ ਫਰਕ ਪਵੇਗਾ? ਫਰਕ ਤਾਂ ਪੈ ਗਿਆ ਤੇ ਪੈਂਦਾ ਰਹੂਗਾ। ਹੁਣ ਫਰਕ ਤਾਂ ਪੈਣਾ ਹੀ ਪੈਣਾ। ਪ੍ਰਾਈਮ ਮਿਨਿਸਟਰ ਮੋਦੀ ਸੀਗੇ ਜਿਹੜੇ ਇਹ 3 ਦਿਨ ਦੌਰਾ ਕਰਕੇ ਆਏ ਤੇ ਇਹਨਾਂ ਨੇ ਭਾਰਤ ਵਿੱਚ ਕਿਸਾਨ ਜਿਹੜੇ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਦਿੱਲੀ ਦੇ ਵਿੱਚ, ਉਹ ਦੇਖਣੇ ਤੁਸੀਂ ਕੀ ਸੋਚਦੇ ਹੋ? ਉਹਨਾਂ ਨੂੰ ਕੋਈ ਨਹੀਂ ਦੇਖਦਾ ਜੀ, ਕੁਝ ਨਹੀਂ ਦੇਖਣਾ। ਜਿਹੜੇ ਕਿਸਾਨ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਸ਼ਾਂਤਮਈ ਚੱਲ ਰਿਹਾ ਜੀ ਇਹ? ਬਿਲਕੁਲ ਸ਼ਾਂਤਮਈ ਚੱਲ ਰਿਹਾ। ਦੇਖੋ ਆਪਣੀਆਂ ਐਂਬੂਲੈਂਸ ਗੱਡੀਆਂ ਨਿਕਲ ਰਹੀਆਂ, ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ। ਲੋਕ ਆਪਣੇ ਆਪੇ ਸਮਝਦਾਰੀ ਨਾਲ ਕੰਮ ਕਰ ਰਹੇ। ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਸਾਨਾਂ ਤੋਂ। ਸਾਰੇ ਲੋਕ ਹੀ ਕਿਸਾਨਾਂ ਦੇ ਨਾਲ ਜੁੜੇ ਹੋਏ ਆ। ਇੱਕ ਵੀ ਬੰਦਾ ਦੁਖੀ ਨਹੀਂ ਹੈ ਕਿਸਾਨਾਂ ਤੋਂ। ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਪਿੱਛੇ ਸਟੇਜ ਲੱਗੀ ਹੋਈ ਆ ਜਿੱਥੇ ਜਿਹੜੇ ਆਪਣੇ ਕਿਸਾਨ ਵੀਰ ਨੇ ਇਹ ਤਕਰੀਰਾਂ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉੱਥੇ ਡਟੇ ਹੋਏ ਨੇ। ਜਿਹੜਾ ਉਸ ਜਗ੍ਹਾ ਦੇ ਵਿੱਚ ਕਿਸਾਨ ਨੇ ਲੰਗਰ ਵੀ ਲਾਇਆ ਹੋਇਆ ਕਿ ਜਿਹੜੇ ਵੀ ਆਵਾਜਾਈ ਜੋ ਕੋਈ ਤੰਗ ਪਰੇਸ਼ਾਨ ਕੋਈ ਵੀ ਆ ਰਿਹਾ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ, ਅਤੇ ਕੋਈ ਜਲ ਵੀ ਛਕਾਇਆ ਜਾ ਰਿਹਾ। ਇਹਨਾਂ ਨੂੰ ਜਿਹੜੇ ਵੀਰ ਆਪਣੇ ਗੱਡੀਆਂ ਨਾਲ ਦੂਰ ਦਰਾਡੇ ਵੀ ਆਏ, ਜਿਹੜੇ ਰਿਪੋਰਟ ਦਿਖਾਉਂਦੇ ਨੇ ਕਿ ਇਹਨਾਂ ਨੇ ਜਾਣਾ ਹੈ। ਐਮਰਜੈਂਸੀ ਸੇਵਾਵਾਂ, ਜਿਹੜੇ ਮੈਡੀਕਲ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਆ, ਰਾਹਤ ਦਿੱਤੀ ਗਈ ਆ, ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ। ਇਹ ਸਭ ਤੋਂ ਖੂਬਸੂਰਤ ਤਸਵੀਰਾਂ ਨੇ ਇਸ ਭਾਰਤ ਬੰਦ ਦੀ ਕਾਲ ਨੂੰ ਲੈ ਕੇ। ਇਹਨਾਂ ਦਾ ਮੇਨ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਸਾਡਾ ਜਿਹੜਾ ਗੁੱਸਾ ਆ ਉਹ ਕੇਂਦਰ ਸਰਕਾਰ ਦੇ ਨਾਲ ਹਜੇ ਵੀ ਜਾਰੀ ਹੈ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਤਕਰੀਰਾਂ ਕਿਸਾਨ ਜਿਹੜੇ ਲੀਡਰ ਨੇ ਜਾਂ ਹੋਰ ਕਿਸਾਨ ਸਥਾਨਕ ਲੋਕ ਨੇ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਤੇ ਲੋਕਾਂ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਨੇ। ਕੱਢ ਨਹੀਂ ਕਰ ਸਕਦਾ, ਉਹ ਆਪਣੇ ਹੱਕ ਹਕੂਕਾਂ ਲੈਣ ਵਾਸਤੇ ਕੋਰਟ ਕਚਹਿਰੀਆਂ ਜਾ ਸਕਦਾ ਤਾਂ ਵੈਲਫੇਅਰ ਡਿਪਾਰਟਮੈਂਟ ਵਿੱਚ ਜਾ ਸਕਦਾ ਸੀ, ਲੇਬਰ ਡਿਪਾਰਟਮੈਂਟ ਵਿੱਚ ਜਾ ਸਕਦਾ ਸੀ।
ਪਰ ਹੁਣ ਜਿਹੜੇ ਕਾਨੂੰਨ ਤਸਵੀਰਾਂ ਤੁਹਾਨੂੰ ਦਿਖਾਉਂਦੇ ਜਾਂ ਲਗਾਤਾਰ ਦਿਖਾਉਂਦੇ ਆ। ਦੇਖੋ ਵੀ ਦੂਰ ਦੂਰ ਤੱਕ ਜਾਮ ਲੱਗਾ ਹੋਇਆ ਹੈ ਤੇ ਕਿਸਾਨਾਂ ਦੀ ਟਰਾਲੀਆਂ ਟਰੈਕਟਰ ਖੜੇ ਹੋਏ ਨੇ। ਗੱਲ ਕਰੀਏ ਜੇਕਰ ਗਿਣਤੀ ਤਾਂ ਗਿਣਤੀ ਬਹੁਤ ਵੱਡੀ ਹੈ। ਜਿਹੜਾ ਕਿਸਾਨਾਂ ਦਾ ਰੋਸ ਹੈ ਉਹ ਬਹੁਤ ਜ਼ਿਆਦਾ ਹੈ ਇਸ ਗੱਲ ਨੂੰ ਲੈ ਕੇ ਕਿ ਖੇਤੀ ਕਾਨੂੰਨ ਜਿਹੜੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਜਿਹੜੀ ਆ ਉਹ ਰੱਦ ਨਹੀਂ ਕਰ ਰਹੀ। ਸਾਡੇ ਨਾਲ ਕੁਝ ਵੀਰ ਵੀ ਨੇ ਇੱਥੇ। ਸਤਿ ਸ਼੍ਰੀ ਅਕਾਲ ਵੀਰੇ। ਭਾਰਤ ਬੰਦ ਦਾ ਸੱਦਾ ਦਿੱਤਾ ਸੀ ਕਿਸਾਨ ਯੂਨੀਅਨ ਨੇ ਤੇ ਕਿਵੇਂ ਦਾ ਚੱਲ ਰਿਹਾ ਜੀ? ਕਿਸ ਮੋਹ ਚਾਲ ਹੈ? ਵਧੀਆ ਚੱਲਦਾ ਜੀ, ਬੈਠੇ ਹੀ ਸਾਰੇ ਆਪਣੇ ਧਰਨੇ ਲਾਈ। ਠੀਕ ਹੈ ਹਾਂਜੀ। ਸ਼ਾਮ ਨੂੰ 4 ਵਜੇ ਤੱਕ ਇਸ ਦਾ ਸਮਾਂ ਹੈ ਤੇ ਹੁਣ ਦੇ ਸਮੇਂ ਤੱਕ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫਰਕ ਜਿਹੜਾ ਆ ਉਹ ਕੇਂਦਰ ਸਰਕਾਰ ਨੂੰ ਪੈਣਾ ਚਾਹੀਦਾ? ਬਹੁਤ ਫਰਕ ਪੈਣਾ ਚਾਹੀਦਾ ਜੀ। ਆਹ ਜੀ ਧਰਨੇ ਦਾ ਜੀ ਸ਼ਾਮ ਨੂੰ 6 ਵਜੇ ਤੱਕ ਚੱਲੂਗਾ ਜੀ। 6 ਵਜੇ ਤੱਕ ਹਾਂਜੀ। ਕੋਈ ਤੰਗ ਪਰੇਸ਼ਾਨ ਤਾਂ ਨਹੀਂ ਹੋ ਰਹੇ ਲੋਕ ਇਸ ਭਾਰਤ ਬੰਦ ਦੇ ਨਾਲ? ਜਿਵੇਂ ਰੋਡ ਜਾਮ ਕੀਤੇ ਨੇ ਅਸੀਂ ਰੋਡ ਜਾਮ ਕਰੇ ਵੇ ਜੀ ਅਸੀਂ, ਕੋਈ ਐਮਰਜੈਂਸੀ ਹੈ ਜੀ ਕੋਈ, ਉਹਨੂੰ ਅਸੀਂ ਜਾਣ ਦੇ ਰਹੇ ਜੀ ਵੀ, ਬਾਕੀ ਹੋਰ ਕਿਸੇ ਨੂੰ ਨਹੀਂ ਅਸੀਂ ਜਾਣ ਦਿੰਦੇ ਜੀ। ਜੇ ਕੋਈ ਬਿਮਾਰ ਹੈ ਜੀ, ਕੋਈ PGI 16 ਮਾ ਜਾਣਾ ਜੀ, ਉਹਨੂੰ ਜਾਣ ਦੇ ਰਹੇ ਜੀ। ਠੀਕ ਹੈ ਜੀ। ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਵਿੱਚ ਦਿੱਲੀ ਦੇ ਬਾਰਡਰ ਡਟੇ ਹੋਏ ਨੇ ਪਰ ਹਾਲੇ ਵੀ ਅਮਰੀਕਾ ਦਾ ਦੌਰਾ ਕਰ ਰਹੇ ਨੇ ਤੇ ਕਿਸਾਨਾਂ ਨੂੰ ਹਾਲੇ ਤੱਕ ਵੀ ਉਹਨਾਂ ਨੇ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਹਾਲੇ ਵੀ ਜਾਰੀ ਨਹੀਂ ਰੱਖਿਆ। ਸਿਲਸਿਲਾ ਹੀ ਕਰਨਾ ਪੈਣਾ ਜੀ, ਜਿੱਥੇ ਮਰਜ਼ੀ ਘੁੰਮੀ ਜਾਵੇ ਜੀ। ਇਹਨਾਂ ਦਾ ਬਾਹਰਲੇ ਮੁਲਕਾਂ ਵਿੱਚ ਬਹੁਤ ਵਿਰੋਧ ਕੀਤਾ ਗਿਆ ਜੀ ਇਹਨਾਂ ਦਾ ਜੀ, ਪਰ ਇਹਨਾਂ ਨੂੰ ਕਾਨੂੰਨ ਤਾਂ ਰੱਦ ਕਰਨੇ ਪੈਣੇ ਜੀ ਕਿਸੇ ਵੀ ਹਾਲਤ ਵਿੱਚ ਜੀ। ਇਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੌਰਾ ਕੀਤਾ ਪਿਛਲੇ ਦਿਨ, ਅਸੀਂ ਦੇਖਿਆ ਕਿ ਦੇਸ਼ਾਂ ਦਾ ਵਿਦੇਸ਼ਾਂ ਦਾ ਦੌਰਾ ਕਰ ਰਹੇ ਨੇ ਪਰ ਹਾਲੇ ਵੀ ਇਹਨਾਂ ਦਾ ਕਹਿਣਾ ਕਿ ਅਸੀਂ ਡਟੇ ਹੋਏ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਵੀ ਖੜੀ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਨੌਜਵਾਨ, ਇਹ ਸਭ ਤੋਂ ਖੂਬਸੂਰਤ ਜਿਹੜੀ ਇਸ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨੀ ਜੁੜੀ ਹੋਈ ਹੈ ਇਸ ਸੰਘਰਸ਼ ਦੇ ਨਾਲ। ਚੰਡੀਗੜ੍ਹ ਸ਼ਹਿਰ ਆ ਤੇ ਸ਼ਹਿਰ ਦੇ ਵਿੱਚ ਜਿੱਥੇ ਆਪਾਂ ਗੱਲ ਹੋਰਾਂ ਦੀ ਗੱਲ ਕਰਦੇ ਹਾਂ ਕਿ ਇੱਥੇ ਦੇ ਨੌਜਵਾਨ ਜਿਹੜੇ ਹੋਰ ਬਦਨਾਮ ਵੀ ਕੀਤਾ ਜਾਂਦਾ ਪਰ ਹਰੇਕ ਨੂੰ ਆਪਾਂ ਇਸ ਗੱਲ ਦੇ ਨਾਲ ਨਹੀਂ ਜੋੜ ਸਕਦੇ ਕਿਉਂਕਿ ਜਿਹੜੀ ਸਾਡੀ ਨੌਜਵਾਨੀ ਆ ਉਹ ਇਸ ਦੇ ਨਾਲ ਜੁੜੀ ਹੋਈ ਆ। ਸਾਡੇ ਨਾਲ ਕੁਝ ਕੁ ਨੌਜਵਾਨ ਨੇ, ਦੇਖੋ ਇਹ ਵੀ ਡਟੇ ਹੋਏ ਨੇ ਇੰਨੀ ਧੁੱਪ ਦੇ ਵਿੱਚ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ। ਨੇ ਗੰਦ ਪਾਇਆ ਵਾ ਮੋਦੀ ਨੇ, ਪਹਿਲਾਂ ਤਾਂ ਮੈਨੂੰ ਇਸ ਗੱਲ ਕੀ ਸਮਝਾਓ। ਔਰ ਧਰਨਾ ਲੱਗਿਆ ਵਾ, ਪਹਿਲਾਂ ਤਾਂ ਭਾਰਤ ਬੰਦ ਕਰਿਆ ਵਾ ਔਰ ਗੱਡੀਆਂ ਕਾਹਨੂੰ ਆਣ ਜਾਣ ਦੇ ਰਹੇ ਆ ਜੀ। ਤੁਸੀਂ ਇਹ ਦੱਸੋ ਵੀ ਸਵੇਰ ਦੇ ਡਟੇ ਹੋਏ ਹੋ ਹਨਾ? ਹਾਂਜੀ ਸਵੇਰ ਦੇ ਜੀ। ਕਿੰਨਾ ਸਮਾਂ ਹੋਰ ਲੱਗੂ ਸ਼ਾਮ ਤੱਕ? ਕਦੋਂ ਤੱਕ? ਰਾਤ ਦਾ ਸ਼ਾਮ ਤੱਕ ਚੱਲੂਗਾ ਜੀ। ਕੱਲ ਤੱਕ ਵੀ ਲੱਗ ਸਕਦਾ। ਠੀਕ ਹੈ, ਦੇਖੀ ਜਾਊਗੀ। ਵੈਸੇ ਕੱਲ ਤੱਕ ਲਾਉਣ ਦਾ ਸੋਚ ਰਹੇ ਹੋ ਤੁਸੀਂ? ਹਾਂਜੀ ਸੋਚ ਵੈਸੇ ਰਹੇ ਕਹਿਦਾ 6 ਵਜੇ ਤੱਕ ਰਹੇ ਆ, ਜੇ ਲੋਡ ਪਊਗੀ ਕੱਲ ਤੱਕ ਜਾਂ ਸਾਲ ਤੱਕ ਜਿਵੇਂ ਵਾਪਸ ਕਰਾ ਕੇ ਰਹਾਂਗੇ ਜਿੱਦਾਂ। ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਵਿਦੇਸ਼ਾਂ ਦਾ ਦੌਰਾ ਕਰਦੇ ਨੇ ਹੁਣੀ, ਕੱਲ ਪਰਸੋਂ ਹੀ ਹਜੇ ਉਹ ਵਿਦੇਸ਼ ਤੋਂ ਆਏ ਨੇ। ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਦੇਖਿਆ ਹੀ ਆ ਉਹਨਾਂ ਦੇ ਕਿੰਨਾ ਉੱਥੇ ਉਹਨਾਂ ਦੇ ਵਿਰੁੱਧ ਕਰਿਆ ਹੈ। ਹਾਂਜੀ ਸਾਰੇ ਮਤਲਬ ਕਿ ਸਾਰੇ ਅਮਰੀਕਾ ਜਿਹੜੇ ਵੀ ਹੈਗੇ ਨੇ, ਫੋਰਨ 'ਚ ਵੀ ਸਾਰੀ ਕੰਟਰੀਆਂ 'ਚ ਆਪਣੀ ਪੰਜਾਬੀ ਬੰਦੇ ਪੂਰਾ ਵਿਰੋਧ ਕਰ ਰਹੇ। ਆਪਾਂ ਵੀ ਕਰਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੋ ਇਹ ਸੀਗੇ ਨੌਜਵਾਨ ਜਿਹੜੇ ਕਿ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾ ਰਹੇ ਨੇ। ਇਹਨਾਂ ਦੇ ਬਹੁਤ ਜੋਸ਼ ਹੈ। ਤੁਸੀਂ ਦੇਖਿਆ ਕਿ ਤੇ ਕਹਿੰਦੇ ਜੇ ਲੋੜ ਪਈ ਤਾਂ ਕੱਲ ਤੱਕ ਵੀ ਅਸੀਂ ਧਰਨਾ ਲਾਵਾਂਗੇ। ਜੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਸ਼ਾਮ ਨੂੰ 4 ਵਜੇ ਤੱਕ ਅਸੀਂ ਰੁਕਾਂਗੇ, ਪਰ ਇਹ ਨੌਜਵਾਨਾਂ ਦਾ ਕਹਿਣਾ ਕਿ ਸਾਡਾ ਇੰਨਾ ਗੁੱਸਾ ਹੈ ਕਿ ਜੇਕਰ ਗੱਲ ਨਾ ਬਣਦੀ ਹੈ ਤਾਂ ਅਸੀਂ ਕੱਲ ਤੱਕ ਵੀ ਇਹਨੂੰ ਲੈ ਕੇ ਜਾਵਾਂਗੇ। ਨਾਲ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਹੋਏ ਨੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਤੁਸੀਂ? ਇਹੀ ਲੋਕਲ ਹੀ ਆਪਣਾ ਪਿੰਡ। ਲੋਕਲ ਵੀਰੇ, ਤੁਸੀਂ ਲੋਕਲ ਆ ਤੇ ਇਸ ਭਾਰਤ ਬੰਦ ਨਾਲ ਕੀ ਆਮ ਲੋਕ ਹੀ ਤਾਂ ਨਹੀਂ ਪਰੇਸ਼ਾਨ ਹੋ ਰਹੇ? ਨਹੀਂ ਜੀ, ਅਸੀਂ ਤਾਂ ਜਦ ਤੱਕ ਇਹ ਹੋਏਗਾ ਨਹੀਂ ਹੱਲ ਇਦਾਂ ਹੀ ਰਹੇਗਾ ਜੀ। ਹਾਂਜੀ। ਜਿਹੜਾ ਆਪਣਾ ਭਾਰਤ ਬੰਦ ਦੀ ਕੋਲ ਸੀ ਸ਼ਾਮ 4 ਵਜੇ ਤੱਕ ਸੀ, ਠੀਕ ਹੈ ਜੀ, ਸਮਾਂ ਹੋ ਗਿਆ ਪਰ ਜਿਹੜੇ ਸਾਡੇ ਪਿੱਛੇ ਨੌਜਵਾਨ ਸੀਗੇ ਉਹ ਕਹਿੰਦੇ ਵੀ ਹਾਲੇ ਤੱਕ ਜੇ ਹੱਲ ਨਾ ਹੋਇਆ ਤਾਂ ਅਸੀਂ ਡਟੇ ਰਵਾਂਗੇ। ਹਾਂਜੀ ਡਟੇ ਰਵਾਂਗੇ ਜੀ। ਠੀਕ ਹੈ ਜੀ। ਇਹਨਾਂ ਦਾ ਕਹਿਣਾ ਕਿ ਜੇ ਸ਼ਾਮ ਨੂੰ 4 ਵਜੇ ਤੱਕ ਵੀ ਜਿਹੜਾ ਇਹਨਾਂ ਦਾ ਗੁੱਸਾ 7ਵੇਂ ਅਸਮਾਨ ਤੇ ਆ, ਇਹਨਾਂ ਦਾ ਕਹਿਣਾ ਕਿ ਡਟੇ ਰਵਾਂਗੇ ਜਦ ਤੱਕ ਹੱਲ ਨਹੀਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਟਰੈਕਟਰ ਪਹੁੰਚੇ ਨੇ। ਇਹ ਵੀਰ ਨੌਜਵਾਨ ਜਿਹੜੇ ਦਿੱਲੀ ਦੇ ਬਰੂਹਾਂ ਦੇ ਤਾਂ ਡਟੇ ਹੀ ਨੇ। ਤੁਸੀਂ ਦੇਖ ਸਕਦੇ ਹੋ ਹਨਾ, ਇੱਥੇ ਟਰਾਲੀ ਵੀ ਹੈ ਤੇ ਵੀਰੇ ਨੇ ਆਪਣੇ ਖੜ ਕੇ ਆਪਣੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਇਹ ਸਾਡੇ ਵੀਰ ਨੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਤੁਸੀਂ? ਅਪੜੋਲ ਆਪਣਾ ਨਿਊ ਚੰਡੀਗੜ੍ਹ ਤੋਂ ਹੀ ਪੜੋ ਤੋਂ। ਸਵੇਰੇ 6 ਵਜੇ ਤੋਂ ਧਰਨਾ ਚੱਲ ਰਿਹਾ ਹੈ, ਸ਼ਾਮ ਨੂੰ 4 ਵਜੇ ਤੱਕ ਚੱਲਣਾ ਹੈ। ਹਾਂਜੀ। ਕੀ ਸੋਚਦੇ ਹੋ ਕਿੰਨਾ ਕੁ ਅਸਰ ਜਿਹੜਾ ਕੇਂਦਰ ਸਰਕਾਰ ਨੂੰ ਪੈਣਾ ਚਾਹੀਦਾ? ਅਸਰ ਤਾਂ ਪੈਣਾ ਹੀ ਹੈ ਜੀ, ਹੁਣ ਸਾਰੇ ਕਿਤੇ ਪੰਜਾਬ ਬੰਦ ਹੈ ਜੀ ਆਪਣਾ। ਹਾਂਜੀ ਅਸਰ ਤਾਂ ਪਊਗਾ ਜੀ। ਜੀ ਜਿਹੜਾ ਹਾਲੇ ਤਕਰੀਬਨ 10 ਮਹੀਨੇ ਹੋ ਚੱਲੇ ਨੇ ਤੇ ਹਾਲੇ ਤੱਕ ਵੀ ਜਿਹੜੇ ਕੇਂਦਰ ਸਰਕਾਰ ਨੇ ਬਿੱਲਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਆਖੀ। ਕੀ ਸੋਚਦੇ ਹੋ ਕਿ ਜੇ ਹੋਰ ਸਮਾਂ ਕਿੰਨਾ ਕੁ ਲੱਗ ਸਕਦਾ? ਸਮਾਂ ਤਾਂ ਲੱਗੂਗਾ ਜੀ। ਦੇਖੋ ਸਮਾਂ
ਸਮਾਂ ਥੋੜਾ ਬਹੁਤਾ ਲੱਗੂਗਾ ਕਿ ਬਿੱਲ ਤਾਂ ਰੱਦ ਹੋਣਾ ਹੀ ਹੈ ਜੀ ਹਾਂਜੀ ਤੇ ਠੀਕ ਹੈ ਜੀ, ਹਾਲੇ ਵੀ ਜੇ ਲੰਬਾ ਸਮਾਂ ਚੱਲਦਾ ਕਿੰਨਾ ਕੁ ਜੇ ਹਾਲੇ ਵੀ ਸਰਕਾਰ ਇਸ ਗੱਲ ਤੇ ਨਹੀਂ ਆਈ ਕਿ ਆਪਾਂ ਸੋਚ ਸਕਦੇ ਹਾਂ, ਹਾਂਜੀ। ਤੇ ਜੇ ਹੋਰ ਲੰਬਾ ਚੱਲਿਆ ਤੇ ਕੀ ਤੁਸੀਂ ਸੋਚਦੇ ਹੋ ਕਿ ਕਿੱਦਾਂ ਕਿਸਾਨਾਂ ਨੂੰ ਆਪਣਾ ਰੋਸ ਪ੍ਰਦਰਸ਼ਨ ਕਿਹੜੇ ਮੋੜ ਤੇ ਲੈ ਕੇ ਜਾਣਾ ਚਾਹੀਦਾ? ਮੋੜ ਤੇ ਦੇਖੋ ਜੀ ਹੁਣ ਆਪਣਾ ਪੂਰਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਜੀ ਬੋਲ ਨਹੀਂ ਹੋ ਰਿਹਾ। ਚਲੋ ਠੀਕ ਆ, ਵੀਰ ਦਾ ਕਹਿਣਾ ਹੈ ਕਿ ਜਿਹੜਾ ਰੋਸ ਪ੍ਰਦਰਸ਼ਨ ਆ ਸਾਡਾ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਦੇਖ ਸਕਦੇ ਹੋ ਤੁਸੀਂ ਇੱਥੇ ਕ੍ਰੇਨ ਵੀ ਖੜੀ ਹੋਈ ਆ, ਦੇਖੋ ਕ੍ਰੇਨ ਦੇ ਨਾਲ ਪਰਦੇ ਨੂੰ ਰੋਕਿਆ ਗਿਆ ਹੈ, ਉੱਪਰ ਜਾ ਕੇ ਇਹਦੇ ਉੱਪਰ ਪਰਦਾ ਲਾਇਆ ਗਿਆ। ਇੱਥੇ ਦੇਖ ਸਕਦੇ ਹੋ ਕਿ ਪਾਣੀ ਦੀ ਸੇਵਾ ਵੀ ਚੱਲ ਰਹੀ ਹੈ ਨਾਲ ਨਾਲ। ਜਿਹੜੇ ਵੀਰ ਨੇ ਲੰਗਰ ਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਸਿਧਾਂਤ ਸੀਗਾ, ਪੰਗਤ ਦਾ ਸਿਧਾਂਤ ਸੀਗਾ, ਕਿਸੇ ਨੂੰ ਵੀ ਭੁੱਖੇ ਢਿੱਡ ਨਹੀਂ ਭੇਜਿਆ ਜਾ ਰਿਹਾ। ਇਸ ਅੰਦੋਲਨ ਜਿਹੜਾ ਇਸ ਭਾਰਤ ਬੰਦ ਦਾ ਜਿਹੜੇ ਮੋਰਚੇ ਧਰਨੇ ਜਿੱਥੇ ਵੀ ਲੱਗਦੇ ਨੇ, ਇਹਨਾਂ ਦੇ ਖੂਬਸੂਰਤ ਤਸਵੀਰਾਂ ਇਹੀ ਨੇ ਕਿ ਇੱਥੇ ਲੰਗਰ ਵੀ ਨਾਲ ਚਲਾਇਆ ਜਾਂਦਾ, ਜਲ ਦਾ ਪ੍ਰਬੰਧ ਹੋਵੇ, ਕਿਸ ਚੀਜ਼ ਦਾ ਪ੍ਰਬੰਧ ਹੋਵੇ। ਤੁਸੀਂ ਦੇਖ ਸਕਦੇ ਹੋ ਡੀਜੇ ਸਟੇਜ ਲੱਗੀ ਹੋਈ ਹੈ ਤੇ ਕਿਸਾਨ ਜਿਹੜੇ ਆਪਣੇ ਆਪਣੇ ਵਿਚਾਰ ਸਾਂਝੇ ਕਰਦੇ ਨੇ। और दर्द इस बात का है कि आज 10 महीने हो गए हमारे किसान भाइयों को दिल्ली के बॉर्डर के चारों तरफ बैठे हुए, और 650 के लगभग हमारे किसान भाई शहीद हो गए। लेकिन जालिम और तानाशाही सरकार बिल्कुल भी पीछे हटने का नाम नहीं ले रही। साथियों, ज्यादा सा तो अनुभव नहीं है, लेकिन मेरे को एक बात जरूर महसूस हो रही है, अब ये किसान आंदोलन ही नहीं, एक जन क्रांति बन गई। और जब ये जन क्रांति बन जाती है कि भारतवर्ष में पहली बार ऐसा नहीं हुआ, जब भी इस सोने की चिड़िया कहा जाने वाला देश, चाहे वो मुगलों ने हमला किया है, चाहे वो अंग्रेजों ने हमला किया है, तो जब जन क्रांति बन जाती है तो उनको भारत छोड़ के जाना पड़ता था। साथियों, हमारा इतिहास रहा, और ऐसा ही मेरे को ये लग रहा है कि जल्दी हम लड़ाई जीतने वाले भी हैं, क्योंकि मोदी सरकार को सांप भी चढ़े हुए हैं। शर्म आती है, बताते नहीं, लेकिन सच्चाई ये है कि जो चुकंदर के मुंह में मछली आई हुई है, अब गुटक भी नहीं सकते और बाहर भी नहीं घेर सकते। तो साथियों, मेरे से पहले जो पूरे वक्ता बोल के गए थे, साथी प्रेस वाले बोल के गए थे, और भी साथी कामरेड जी भी हमारे बीच में बैठे हैं, बहन जी भी इंटरव्यू करने गई है। मैंने इनको मोहाली वाले जो किसान मोर्चा आंदोलन में भी इनकी स्पीच देखी थी। तो साथियों, आज हमारा चाहे वो बुजुर्ग है, चाहे युवा है, चाहे वो महिलाएं, वो जागरूक हो चुकी है, अब किसी के बहकावे में आने वाली नहीं है। हमारे साथी बोल के गए कि हमारे को दल्लों से भी सावधान रहना पड़ेगा, ये बिल्कुल सच्चाई बात है। हमारा जो ये परिवार है, तकरीबन किसानी परिवार यहाँ बैठा है। हमारा किसान बहुत बड़ा होता है, कोई भी चिट्टे कपड़े वाला भाषण देके चला जाता है, अपने बात झाड़ के चला जाता है साथियों, और हमारे साथी जोर से तालियां बजाते हैं फिर उनकी बातों पे। 5 साल में 15 दिन देखेंगे, 15 दिन, उसके बाद 4.5 साल आपको नजर नहीं आएंगे वो लोग। उसके बाद जहां भी जनसंख्या दिखेगी वहां पे अपना भाषण झाड़ते चले जाते हैं साथियों। 10 महीने हो गए हमारे आंदोलन को, किसने क्या सहयोग किया वो हमारे को सब पता है। आज हमारे सामने लड़ाई सिर्फ और सिर्फ खेती बचाने की नहीं, आज हमारे सामने जो लड़ाई है वो अगले, क्या वो चंडीगढ़ के अंदर 25,000 रेडी पड़ी हुई है जिसका चुनाव झाड़ने का काम क्या हुआ